नमस्कार साथियों। रीट ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਆਪਣੇ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਅੰਦਰ ਇੱਕ ਟੌਪਿਕ ਹੈ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਚੁਣੌਤੀਆਂ, ਦੋਸ਼ ਤੇ ਬੇਤਰਤੀਬੀਆਂ, ਤੇ ਇਸ ਦੇ ਨਾਲ ਨਾਲ ਇਹਨਾਂ ਦੇ ਸੁਧਾਰ ਸੰਬੰਧੀ ਵੀ ਆਪਾਂ ਨੂੰ ਇਸ ਰੀਟ ਸਿਲੇਬਸ ਦੇ ਅੰਦਰ ਪੁੱਛਿਆ ਗਿਆ ਹੈ। ਤਾਂ ਉਹ ਸਾਥੀਓ ਗੱਲ ਕਰਦੇ ਹਾਂ ਅੱਜ ਆਪਾਂ ਪੰਜਾਬੀ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਆਪਣੀਆਂ ਕੀ ਚੁਣੌਤੀਆਂ ਨੇ, ਉਹ ਕਿਹੜੇ ਦੋਸ਼ ਨੇ ਜਾਂ ਫਿਰ ਬੇਤਰਤੀਬੀਆਂ ਨੇ ਜਿਨ੍ਹਾਂ ਦੇ ਸੁਧਾਰ ਦੀ ਗੁੰਜਾਇਸ਼ ਹੈ। ਤਾਂ ਸਭ ਤੋਂ ਪਹਿਲੇ ਤਾਂ ਆਪਾਂ ਇਸ ਦੇ ਬਾਰੇ ਗੱਲ ਕਰਾਂਗੇ। ਸੰਪੂਰਨ ਸਿੱਖਿਆ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਦੀ ਸਿੱਖਿਆ ਪ੍ਰਾਪਤ ਕਰਨਾ ਜ਼ਰੂਰੀ ਹੈ। ਇਸ ਦੇ ਉਲਟ ਅਜੋਕੇ ਦੌਰ ਵਿੱਚ ਸਾਰੀਆਂ ਹੀ ਸੰਸਥਾਵਾਂ ਮਾਤ ਭਾਸ਼ਾ ਦੀ ਰੁਚੀ ਵੱਲ ਨਿਰਾਸ਼ਾਜਨਕ ਕੰਮ ਕਰ ਰਹੀਆਂ ਨੇ। ਯਾਨੀ ਨਿਰਾਸ਼ਾਜਨਕ ਕਹਿਣ ਦਾ ਇੱਥੇ ਭਾਵ ਇਹ ਹੋਇਆ ਕਿ ਜਿਸ ਪੱਧਰ 'ਤੇ ਇਸ ਮਾਤ ਭਾਸ਼ਾ ਦੀ ਰੁਚੀ ਦੇ ਵੱਲ ਕੰਮ ਹੋਣਾ ਚਾਹੀਦਾ ਹੈ, ਉਸ ਲੈਵਲ 'ਤੇ ਉਹ ਮਾਤ ਭਾਸ਼ਾ ਦੀ ਰੁਚੀ ਦੇ ਵੱਲ ਕੰਮ ਨਹੀਂ ਹੋਇਆ। ਅਣਵੰਡੇ ਪੰਜਾਬ ਦੇ ਸਮੇਂ ਦੀਆਂ ਉਪ ਭਾਸ਼ਾਵਾਂ ਵਿੱਚ ਇਸ ਦੀਆਂ ਕਈ ਉਪ ਬੋਲੀਆਂ ਸ਼ਾਮਲ ਸਨ, ਪਰ ਦੇਸ਼ ਵੰਡ ਤੋਂ ਬਾਅਦ ਇਸ ਪਾਸੇ ਨਿਰੰਤਰ ਕਮੀ ਆਉਂਦੀ ਗਈ। ਯਾਨੀ ਜੇਕਰ ਆਪਾਂ ਆંકੜਿਆਂ ਦੀ ਗੱਲ ਕਰੀਏ ਤਾਂ ਸਾਡੀਆਂ ਜਿਹੜੀਆਂ ਉਪ ਬੋਲੀਆਂ ਨੇ ਉਹ ਹਰ 10 ਵਰਿਆਂ ਦੇ ਬਾਅਦ ਉਹ ਘਟਦੀਆਂ ਜਾ ਰਹੀਆਂ ਨੇ। ਅਸੀਂ ਇਹ ਕਹਾਂਗੇ ਕਿ ਉਹਨਾਂ ਦੇ ਅੰਦਰ ਲਗਾਤਾਰ ਕਮੀ ਹੋ ਰਹੀ ਹੈ, ਨਾ ਕਿ ਇਜ਼ਾਫਾ ਹੋ ਰਿਹਾ, ਨਾ ਹੀ ਉਹਨਾਂ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਹ ਉਹਨਾਂ ਜਿਹੜੀਆਂ ਆਪਣੀਆਂ ਉਪ ਬੋਲੀਆਂ ਨੇ ਜਾਂ ਫਿਰ ਮਾਤ ਭਾਸ਼ਾ ਨਾਲ ਜੁੜੀਆਂ ਹੋਈਆਂ ਬੋਲੀਆਂ ਨੇ, ਉਹਨਾਂ ਦੇ ਵੱਲ ਜੋ ਆਪਣਾ ਰਵੱਈਆ ਹੈ ਉਸ ਕਾਰਨ ਹੈ। 1947 ਵਿੱਚ ਪੰਜਾਬੀ ਨੂੰ ਦੇਸ਼ ਦੀਆਂ 14 ਮੁੱਖ ਭਾਸ਼ਾਵਾਂ ਵਿੱਚ ਸ਼ਾਮਿਲ ਕੀਤਾ ਸੀ, ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਕਿਤੇ ਵੀ ਤਸੱਲੀ ਬਖਸ਼ ਸਥਾਨ ਨਹੀਂ ਹੈ। ਯਾਨੀ ਚਾਹੇ ਇਹ 8ਵੀਂ ਅਨੁਸੂਚੀ ਦੇ ਅੰਦਰ ਆਪਣੀਆਂ ਜੋ ਦੇਸ਼ ਦੀਆਂ 14 ਮੁੱਖ ਭਾਸ਼ਾ ਦੇ ਅੰਦਰ ਪੰਜਾਬੀ ਸ਼ਾਮਿਲ ਕਰ ਲਈ ਗਈ ਸੀ 1947 ਵੇਲੇ, ਪਰ ਅਸਲ ਦੇ ਅੰਦਰ ਅਸੀਂ ਇਸ ਨੂੰ ਇਹੀ ਕਹਾਂਗੇ ਕਿ ਜੋ ਸਥਾਨ ਪੰਜਾਬੀ ਦੇ ਲਈ ਹੋਣਾ ਚਾਹੀਦਾ ਸੀ ਉਹ ਇਸ ਨੂੰ ਅੱਜ ਤੱਕ ਨਸੀਬ ਨਹੀਂ ਹੋ ਸਕਿਆ। ਪੰਜਾਬੀ ਭਾਸ਼ਾ ਦੇ ਅਧਿਆਪਨ ਦੀ ਮਹੱਤਤਾ ਨੂੰ ਸਮਝਿਆ ਨਹੀਂ ਜਾਂਦਾ। ਅਜੋਕੇ ਦੌਰ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਜਾਂ ਰੋੜੇ ਪੈਦਾ ਹੋ ਰਹੇ ਹਨ। ਇਹਨਾਂ ਨੂੰ ਹੇਠ ਲਿਖੇ ਅਨੁਸਾਰ ਸਮਝ ਸਕਦੇ ਹਾਂ। ਯਾਨੀ ਬਹੁਤ ਸਾਰੀਆਂ ਦਿੱਕਤਾਂ ਨੇ। ਉਹ ਕਿਹੜੀਆਂ ਦਿੱਕਤਾਂ ਨੇ ਉਹਨਾਂ ਦਾ ਆਪਾਂ ਪੁਆਇੰਟ ਵਾਰ ਇੱਥੇ ਵਰਣਨ ਕਰਨਾ ਹੈ, ਉਹਨਾਂ ਦੀ ਗੱਲਬਾਤ ਕਰਨੀ ਹੈ ਕਿ ਉਹ ਕਿਹੜੀਆਂ ਆਪਣੀਆਂ ਮੁਸ਼ਕਿਲਾਂ ਨੇ, ਕਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਮਾਤ ਭਾਸ਼ਾ ਦੇ ਅੰਦਰ ਆਉਂਦੀਆਂ ਨੇ, ਜਿਨ੍ਹਾਂ ਦੇ ਅੰਦਰ ਸੁਧਾਰ ਦੀ ਜ਼ਰੂਰਤ ਹੈ। ਕੁਝ ਉਹਨਾਂ ਦੇ ਅੰਦਰ ਨਵਾਂ ਕਰਨ ਦੀ ਗੁੰਜਾਇਸ਼ ਬਣੀ ਰਹਿੰਦੀ ਹੈ, ਜਿਸ ਦੇ ਵੱਲ ਉਚੇਚਾ ਧਿਆਨ ਨਹੀਂ ਗਿਆ ਹੈ। ਤਾਂ ਸਭ ਤੋਂ ਪਹਿਲੇ ਆਪਣੇ ਕੋਲ ਆ ਜਾਂਦਾ ਹੈ ਮਾਤ ਭਾਸ਼ਾ ਵੱਲ ਬੇਰੁਖੀ ਦਾ ਰਵੱਈਆ। ਇਹ ਤਾਂ ਆਪ ਨੂੰ ਪਤਾ ਹੀ ਹੋਏਗਾ, ਮਾਤ ਭਾਸ਼ਾ ਵੱਲ ਬੇਰੁਖੀ ਦਾ ਰਵੱਈਆ। ਯਾਨੀ ਅਕਸਰ ਹੀ ਇਹ ਮੰਨਿਆ ਜਾਂਦਾ ਹੈ ਕਿ ਮਾਤ ਭਾਸ਼ਾ ਨੂੰ ਜ਼ਿਆਦਾ ਵੈਲਿਊ ਨਾ ਦੇ ਕੇ ਅਸੀਂ ਦੂਸਰੀਆਂ ਭਾਸ਼ਾਵਾਂ ਨੂੰ ਵੈਲਿਊ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਉਹਨਾਂ ਦੇ ਵੱਲ ਅਗਰਸਰ ਕਰਦੇ ਹਾਂ। ਅਗਰ ਸਕੂਲ ਪੱਧਰ 'ਤੇ ਗੱਲ ਕੀਤੀ ਜਾਏ ਤਾਂ ਰੁਝਾਨ ਇੰਗਲਿਸ਼ ਦਾ ਹੋ ਰਿਹਾ ਹੈ ਜਾਂ ਕਿਸੇ ਹੋਰ ਲੈਂਗੁਏਜ ਦੇ ਪਿੱਛੇ ਪੈ ਕੇ ਅਸੀਂ ਉਸ ਦੇ ਅੰਦਰ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਤਾਂ ਸਭ ਤੋਂ ਵੱਡੀ ਜਿਹੜੀ ਕਮੀ ਹੈ ਉਹ ਇਹ ਹੈ ਕਿ ਸਾਡਾ ਬੇਰੁਖੀ ਦਾ ਰਵੱਈਆ ਮਾਤ ਭਾਸ਼ਾ ਦੇ ਵੱਲ ਹੋ ਰਿਹਾ ਹੈ। ਅਤੇ ਜਦੋਂ ਕਿ ਵਿਦਵਾਨਾਂ ਨੇ ਇਹ ਗੱਲ ਕਹੀ ਹੈ, ਭਾਸ਼ਾ ਵਿਗਿਆਨੀ ਨੇ ਜਿਹੜੇ, ਉਹਨਾਂ ਦੇ ਅਨੁਸਾਰ ਮਾਤ ਭਾਸ਼ਾ ਦੇ ਅੰਦਰ ਹੀ ਬੱਚਾ ਸਭ ਤੋਂ ਜ਼ਿਆਦਾ ਗਿਆਨ ਹਾਸਲ ਕਰ ਸਕਦਾ ਹੈ। ਪੰਜਾਬੀ ਭਾਸ਼ਾ ਨੂੰ ਇਸ ਦਾ ਬਣਦਾ ਸਥਾਨ ਨਹੀਂ ਦਿੱਤਾ ਜਾ ਰਿਹਾ। ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਨ ਲੱਗਦੇ ਹਨ ਅਤੇ ਇਸ ਦੇ ਪ੍ਰਭਾਵ ਹੇਠ ਆ ਕੇ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਨ। ਯਾਨੀ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਨੂੰ ਫਰੰਟ 'ਤੇ ਰੱਖ ਕੇ ਪੜ੍ਹਨ ਲਈ ਕਹਿੰਦੇ ਹਾਂ ਕਿ ਬਈ ਅੰਗਰੇਜ਼ੀ 'ਚ ਹੁਸ਼ਿਆਰ ਹੋਣਾ ਚਾਹੀਦਾ, ਪਰ ਅਸੀਂ ਕਦੇ ਨਹੀਂ ਇਹ ਗੱਲ ਕਹੀ ਕਿ ਸਾਡੇ ਬੱਚੇ ਦੀ ਜਿਹੜੀ ਮਾਤਰ ਭਾਸ਼ਾ ਹੈ, ਮਾਤ ਭਾਸ਼ਾ ਹੈ, ਉਹ ਬਹੁਤ ਵਧੀਆ ਲੈਵਲ 'ਤੇ ਹੋਵੇ। ਅਸੀਂ ਕਦੇ ਵੀ ਗੱਲ ਨਹੀਂ ਕੀਤੀ। ਪੰਜਾਬੀ ਪੰਜਾਬ ਰਾਜ ਦੀ ਭਾਸ਼ਾ ਹੈ, ਪਰ ਇਸ ਨੂੰ ਉੱਥੇ ਬਣਦੀ ਥਾਂ ਨਹੀਂ ਮਿਲ ਰਹੀ। ਚਾਹੇ ਇਹ ਬੋਲੀ ਹੈ ਜਿਹੜੀ ਇਹ ਪੰਜਾਬ ਰਾਜ ਦੀ ਬੋਲੀ ਹੈ, ਪਰ ਪੰਜਾਬ ਦੇ ਅੰਦਰ ਵੀ ਇਸ ਨੂੰ ਉਚੇਚਾ ਸਥਾਨ ਅਸੀਂ ਇਹ ਕਹਾਂਗੇ ਕਿ ਪ੍ਰਾਪਤ ਨਹੀਂ ਹੈ, ਕਿਉਂਕਿ ਸਾਡੇ ਬੱਚੇ ਨੇ ਜਿਹੜੀਆਂ, ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ, ਉਹ ਦੂਸਰੀਆਂ ਵਿਦੇਸ਼ੀ ਭਾਸ਼ਾਵਾਂ ਦੇ ਪਿੱਛੇ ਪਈਆਂ ਹੋਈਆਂ ਨੇ। ਤਾਂ ਸਭ ਤੋਂ ਵੱਡੀ ਜਿਹੜੀ ਇੱਕ ਕਮੀ ਹੈ ਉਹ ਸਾਡੀ ਇਹੀ ਹੈ ਕਿ ਮਾਤ ਭਾਸ਼ਾ ਦੇ ਵੱਲ ਸਾਡਾ ਬੇਰੁਖੀ ਦਾ ਰਵੱਈਆ ਹੈ। ਅਤੇ ਦੂਸਰਾ ਆ ਜਾਂਦਾ ਹੈ ਗਲਤ ਸੋਚ ਦਾ ਨਤੀਜਾ। ਹੁਣ ਉਹ ਕਿਹੜੀ ਸੋਚ ਹੈ ਜਿਹੜੀ ਗਲਤ ਹੈ ਸਾਡੀ, ਅਤੇ ਉਸ ਨਤੀਜੇ ਦੇ ਸਿੱਟੇ ਵਜੋਂ ਅਸੀਂ ਆਪਣੀ ਇਸ ਬੋਲੀ ਤੋਂ
ਪਿਛੜਦੇ ਜਾ ਰਹੇ ਹਾਂ, ਦੂਰ ਹੁੰਦੇ ਜਾ ਰਹੇ ਹਾਂ। ਪੰਜਾਬੀ ਭਾਸ਼ਾ ਬਾਰੇ ਕਈ ਤਰ੍ਹਾਂ ਦੇ ਗਲਤ ਵਿਚਾਰ ਫੈਲੇ ਨਜ਼ਰ ਆਉਂਦੇ ਹਨ। ਲੋਕ ਇਸ ਬਾਰੇ ਇਹ ਮੰਨਣ ਲੱਗਦੇ ਹਨ ਕਿ ਇਹ ਸਿਰਫ ਪੰਜਾਬ ਵਾਸੀਆਂ ਦੇ ਬੋਲਚਾਲ ਤੱਕ ਹੀ ਸੀਮਿਤ ਹੈ। ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਪੰਜਾਬੀ ਜਿਹੜੀ ਬੋਲੀ ਹੈ ਉਹ ਪੰਜਾਬ ਦੀ ਬੋਲੀ ਹੈ। ਸਾਥੀਓ, ਪੰਜਾਬ ਦੀ ਬੋਲੀ ਹੀ ਨਹੀਂ ਹੈ, ਸਗੋਂ ਇਹ ਉਹ ਸਾਰੇ ਦੁਨੀਆ ਭਰ 'ਚ ਵਸਦੇ ਲੋਕਾਂ ਦੀ ਬੋਲੀ ਹੈ, ਜਿਸ ਬੋਲੀ ਨੂੰ ਅਸੀਂ ਅਮੀਰ ਕਹਿ ਸਕਦੇ ਹਾਂ, ਜਿਸ ਦੇ ਅੰਦਰ ਬਹੁਤ ਵੱਡੀਆਂ ਸੰਭਾਵਨਾਵਾਂ ਨੇ। ਜੇਕਰ ਆਪਣੇ ਰਾਜਸਥਾਨ ਸੂਬੇ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਰੀਟ ਦੇ ਅੰਦਰ ਵੀ ਜੋ ਆਪਣੀ ਪੰਜਾਬੀ ਲੈਣ ਦਾ ਮਕਸਦ ਇਹੀ ਹੈ ਕਿ ਇਸ ਦੇ ਅੰਦਰ ਆਪਾਂ ਨੂੰ ਸਭ ਤੋਂ ਵੱਡੀ ਸੰਭਾਵਨਾ ਇਹੀ ਹੈ ਕਿ ਮੈਕਸੀਮਮ ਸਕੋਰ ਆਪਾਂ ਨੂੰ ਲਿਆ ਕੇ ਦੇ ਰਹੀ ਹੈ ਇਹ ਲੈਂਗੁਏਜ। ਤਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਸਿਰਫ ਪੰਜਾਬ ਦੀ ਬੋਲੀ ਹੈ? ਇਹ ਗਲਤ ਸੋਚ ਹੈ ਸਾਡੀ ਕਿ ਇਹ ਪੰਜਾਬ ਦੀ ਬੋਲੀ ਹੈ। ਪੰਜਾਬ ਦੀ ਨਹੀਂ, ਇਹ ਦੁਨੀਆ ਭਰ 'ਚ ਵਸਦੇ ਉਹਨਾਂ ਸਭ ਲੋਕਾਂ ਦੀ ਬੋਲੀ ਹੈ, ਜਿਸ ਦੇ ਅੰਦਰ ਵਧੇਰੇ ਸੰਭਾਵਨਾ ਹਰ ਸਟੇਜ 'ਤੇ ਬਣੀ ਹੋਈ ਹੈ। ਪਰ ਇਹ ਗੱਲ ਬਿਲਕੁਲ ਹੀ ਗਲਤ ਹੈ। ਪੜ੍ਹਨ ਵਾਲੇ ਵਿਦਿਆਰਥੀ ਇਸ ਨੂੰ ਵਾਧੂ ਵਿਸ਼ਾ ਸਮਝ ਕੇ ਇਸ ਦੀ ਪੜ੍ਹਾਈ ਨੂੰ ਮਹੱਤਤਾ ਨਹੀਂ ਦਿੰਦੇ। ਹੁਣ ਅਕਸਰ ਤੁਸੀਂ ਜਮਾਤਾਂ ਦੇ ਅੰਦਰ ਵੀ ਦੇਖਿਆ ਹੋਏਗਾ ਕਿ ਜਿਹੜਾ ਪੰਜਾਬੀ ਵਾਲੇ ਸਬਜੈਕਟ ਨੂੰ ਜਾਂ ਤਾਂ ਅਸੀਂ ਲਾਸਟ ਟਾਈਮ ਵਾਲੇ ਪੀਰੀਅਡ ਦੇ ਰਹੇ ਹਾਂ ਕਲਾਸਾਂ ਦੇ ਅੰਦਰ, ਕਿ ਉਹਨੂੰ ਮਹੱਤਵ ਨਹੀਂ ਦੇ ਰਹੇ ਅਸੀਂ, ਜਾਂ ਫਿਰ ਉਸ ਦੇ ਲਈ ਬਹੁਤ ਸਾਰੇ ਸਕੂਲਾਂ ਦੇ ਅੰਦਰ ਪ੍ਰੋਫੈਸ਼ਨਲ ਟੀਚਰ ਨਹੀਂ ਤੁਹਾਨੂੰ ਮਿਲਣਗੇ। ਇਹ ਦੇਖਿਆ ਜਾਂਦਾ ਕਿ ਬਈ ਜਿਸ ਨੂੰ ਪੜ੍ਹਾਉਣੀ ਆ ਰਹੀ ਹੈ ਉਹੀ ਪੜ੍ਹਾ ਸਕਦਾ ਹੈ। ਐਸਾ ਨਹੀਂ ਹੈ। ਪੰਜਾਬੀ ਇੱਕ ਪ੍ਰੋਫੈਸ਼ਨ ਦੇ ਤੌਰ 'ਤੇ ਹੈ, ਇਸ ਦੇ ਲਈ ਵੀ ਸਪੈਸ਼ਲ ਟੀਚਰ ਪੰਜਾਬੀ ਦਾ ਹੀ ਹੋਣਾ ਚਾਹੀਦਾ ਹੈ। ਅਤੇ ਆਪ ਦੇ ਲਈ ਵੀ ਇਹ ਜੋ ਲੈਂਗੁਏਜ ਹੈ ਆਪ ਨੂੰ ਇੱਕ ਸਪੈਸ਼ਲ ਪੰਜਾਬੀ ਦਾ ਟੀਚਰ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਹਨਾਂ ਕਾਰਨਾਂ ਕਰਕੇ ਹੀ ਪੰਜਾਬੀ ਨੂੰ ਆਪਣਾ ਬਣਦਾ ਥਾਂ ਭਾਸ਼ਾ ਵਿੱਚ ਹਾਸਲ ਨਹੀਂ ਹੋ ਸਕਿਆ। ਯਾਨੀ ਇਹ ਉਹ ਗੱਲਾਂ ਨੇ ਜਿਨ੍ਹਾਂ ਦੇ ਕਾਰਨ ਪੰਜਾਬੀ ਅੱਜ ਆਪਣੇ ਅਸਲੀ ਥਾਂ ਤੋਂ ਪਿੱਛੇ ਹੈ। ਅਸੀਂ ਇਹੀ ਕਹਾਂਗੇ ਕਿ ਜੋ ਥਾਂ ਇਸ ਨੂੰ ਮਿਲਣਾ ਚਾਹੀਦਾ ਸੀ ਉਹ ਸਥਾਨ ਨਹੀਂ ਮਿਲ ਸਕਿਆ। ਇਹਦਾ ਕਾਰਨ ਇਹੀ ਹੈ ਕਿ ਅਸੀਂ ਅਕਸਰ ਇਸ ਦੇ ਵੱਲ ਬੇਰੁਖੀ ਦਾ ਨਤੀਜਾ ਰੱਖਦੇ ਹਾਂ, ਜਾਂ ਫਿਰ ਸਾਡੀ ਸੋਚ ਇੱਦਾਂ ਦੀ ਹੁੰਦੀ ਹੈ ਕਿ ਬਈ ਪੰਜਾਬੀ ਨੂੰ ਤਾਂ ਹਰ ਕੋਈ ਪੜ੍ਹਾ ਸਕਦਾ ਹੈ, ਪੰਜਾਬੀ ਲਈ ਜ਼ਿਆਦਾ ਟਾਈਮ ਦੀ ਜ਼ਰੂਰਤ ਨਹੀਂ ਹੈ, ਪੰਜਾਬੀ ਨੂੰ ਮੋਸਟ ਸਬਜੈਕਟ ਨਹੀਂ ਮੰਨਣਾ, ਅਸੀਂ ਮੇਜਰ ਸਬਜੈਕਟ ਨਹੀਂ ਮੰਨ ਕੇ ਚੱਲਦੇ ਅਸੀਂ। ਤਾਂ ਉਹ ਸਾਡੀਆਂ ਗਲਤ ਸੋਚਾਂ ਨੇ, ਜਾਂ ਫਿਰ ਅਸੀਂ ਉਹ ਬੇਰੁਖੀਆਂ ਦੀਆਂ ਗੱਲਾਂ ਨੇ ਜਿਨ੍ਹਾਂ ਦੇ ਕਾਰਨ ਅਸੀਂ ਆਪਣੀ ਮਾਤ ਭਾਸ਼ਾ ਤੋਂ ਪਿਛੜਦੇ ਜਾ ਰਹੇ ਹਾਂ। ਅਤੇ ਤੀਸਰਾ ਜੋ ਪੁਆਇੰਟ ਆ ਜਾਂਦਾ ਹੈ ਜ਼ਿੰਮੇਵਾਰੀ ਦੀ ਕਮੀ। ਇਹ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿ ਅਕਸਰ ਹੀ ਪੰਜਾਬੀ ਦੇ ਬਾਰੇ ਜ਼ਿੰਮੇਵਾਰੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਸ ਤੋਂ ਸਾਰੇ ਹੀ ਹੱਥ ਪਿਛਾਂਹ ਨੂੰ ਖਿੱਚ ਲੈਂਦੇ ਨੇ। ਪੰਜਾਬੀ ਵਿਸ਼ੇ ਬਾਰੇ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਇਹ ਸੌਖਾ ਵਿਸ਼ਾ ਹੈ, ਭਾਸ਼ਾ ਦੇ ਅਧਿਆਪਕ ਇਸ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਉਂਦੇ। ਕਈ ਵਾਰ ਇਹ ਵੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਸੌਖਾ ਵਿਸ਼ਾ ਸਮਝ ਕੇ, ਯਾਨੀ ਅਕਸਰ ਹੀ ਆਪਾਂ ਸਕੂਲਾਂ ਦੇ ਅੰਦਰ, ਕਾਲਜਾਂ ਦੇ ਅੰਦਰ ਇਹ ਗੱਲ ਦੇਖਦੇ ਹਾਂ ਕਿ ਪੰਜਾਬੀ ਨੂੰ ਸੌਖਾ ਵਿਸ਼ਾ ਸਮਝ ਕੇ ਹੀ ਸਾਰੇ ਪੜ੍ਹਾਉਂਦੇ ਨੇ, ਉਹਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ। ਦੂਜੇ ਵਿਸ਼ੇ ਦੇ ਅਧਿਆਪਕ ਪੜ੍ਹਾ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਭਾਸ਼ਾ ਸੰਬੰਧੀ ਅਸ਼ੁੱਧੀਆਂ ਰਹਿ ਜਾਂਦੀਆਂ ਨੇ। ਇਹ ਗੱਲ ਆਪਾਂ ਉੱਪਰ ਵੀ ਕੀਤੀ ਸੀ ਕਿ ਇਸ ਦੇ ਲਈ ਕੋਈ ਸਪੈਸ਼ਲ ਪੰਜਾਬੀ ਦਾ ਟੀਚਰ ਨਾ ਰੱਖ ਕੇ ਇਹ ਕਹਿ ਦਿੱਤਾ ਜਾਂਦਾ ਵੀ ਪੰਜਾਬੀ ਤਾਂ ਤੂੰ ਵੀ ਪੜ੍ਹਾ ਸਕਦਾ ਹੈ, ਅਤੇ ਉਸੇ ਨੂੰ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਅਤੇ ਉਹੀ ਕਿਸੇ ਹੋਰ ਸਬਜੈਕਟ ਦਾ ਟੀਚਰ ਹੈ ਜਿਹੜਾ ਉਹੀ ਪੰਜਾਬੀ ਪੜ੍ਹਾ ਰਿਹਾ। ਤਾਂ ਬਹੁਤ ਸਾਰੀਆਂ ਅਸ਼ੁੱਧੀਆਂ ਰਹਿ ਜਾਂਦੀਆਂ ਨੇ, ਗਲਤੀਆਂ ਰਹਿ ਜਾਂਦੀਆਂ ਨੇ, ਚਾਹੇ ਉਹ ਬੋਲਣ ਪੱਖੋਂ ਹੋਣ ਜਾਂ ਫਿਰ ਉਹ ਉਸ 'ਤੇ ਲਿਖਣ ਪੱਖੋਂ ਹੋਣ, ਜਾਂ ਵਿਆਕਰਣਿਕ ਅਸ਼ੁੱਧੀਆਂ ਅਸੀਂ ਜਿਨ੍ਹਾਂ ਨੂੰ ਕਹਾਂਗੇ, ਜਾਂ ਫਿਰ ਅਸੀਂ ਲਿਟਰੇਚਰ ਦੀਆਂ ਅਸ਼ੁੱਧੀਆਂ ਕਹਾਂਗੇ। ਤਾਂ ਉਹ ਸਾਰੀਆਂ ਦੀਆਂ ਸਾਰੀਆਂ ਹੀ ਜਿਹੜੀਆਂ ਗੱਲਾਂ ਨੇ ਉਹ ਕਿਤੇ ਨਾ ਕਿਤੇ ਸਾਨੂੰ ਇਸ ਭਾਸ਼ਾ ਦੀ ਜ਼ਿੰਮੇਵਾਰੀ ਤੋਂ ਹੀਣ ਵੀ ਕਰਾਉਂਦੀਆਂ ਨੇ। ਇਸ ਅਸ਼ੁੱਧੀਆਂ ਦਾ ਹੀ ਗਲਤ ਹੀ ਵਿਕਾਸ ਹੋਣ ਲੱਗਦਾ ਹੈ ਜੋ ਭਾਸ਼ਾ ਦੇ ਖੇਤਰ ਵਿੱਚ ਚੁਣੌਤੀ ਸਾਬਤ ਹੋ ਜਾਂਦਾ। ਅਕਸਰ ਕੀ ਦੇਖਣ ਨੂੰ ਮਿਲਦਾ ਕਿ ਬੱਚੇ ਬਹੁਤ ਸਾਰੇ ਐਸੇ ਲਫ਼ਜ਼ ਸ਼ਬਦ ਹੁੰਦੇ ਨੇ ਜਿਹੜੇ ਉਹ ਗਲਤ ਹੀ ਪੱਕੇ ਕਰ ਲੈਂਦੇ ਨੇ, ਅਤੇ ਬਾਅਦ ਦੇ ਅੰਦਰ ਉਹ ਚੁਣੌਤੀ ਹੋ ਜਾਂਦੇ ਨੇ ਸਾਡੇ ਲਈ। ਬੱਚਾ ਜ਼ਿਆਦਾ ਦਬਾਅ ਦੇ ਕੇ ਇਹੀ ਕਹਿੰਦਾ ਕਿ ਨਹੀਂ ਜੀ ਮੇਰਾ ਇਹ ਸ਼ਬਦ ਠੀਕ ਹੈ, ਪਰ ਐਸਾ ਨਹੀਂ ਹੁੰਦਾ, ਕਿਉਂਕਿ ਉਹ ਪਿੱਛੋਂ ਤੋਂ ਜੋ ਛੋਟੀਆਂ ਜਮਾਤਾਂ ਤੋਂ ਪੜ੍ਹਦਾ ਆ ਰਿਹਾ ਉਸਨੇ ਗਲਤ ਨੂੰ ਹੀ ਤਵੱਜੋ ਦੇ ਦਿੱਤੀ ਹੈ। ਉਹ ਸਭ ਕਾਰਨ ਹੋਇਆ ਕਿ ਇਸ ਪੰਜਾਬੀ ਜੋ ਸਬਜੈਕਟ ਹੈ, ਜਾਂ ਇਉਂ ਕਹੂੰ ਕਿ ਮਾਤ ਭਾਸ਼ਾ ਹੈ ਜਿਹੜੀ, ਉਸ ਨੂੰ ਉਹਨਾਂ ਨੇ ਇੱਕ ਜ਼ਿੰਮੇਵਾਰੀ ਦੇ ਨਾਲ ਨਹੀਂ ਨਿਭਾਇਆ। ਇਸੇ ਕਾਰਨ ਇਹ ਜਿਹੜੀਆਂ ਚੁਣੌਤੀਆਂ ਨੇ, ਯਾਨੀ ਜਿਹੜੀਆਂ ਅਸ਼ੁੱਧੀਆਂ ਨੇ, ਉਹ ਫਿਰ ਅੱਗੇ ਜਾ ਕੇ ਸਾਡੇ ਲਈ ਚੁਣੌਤੀ ਸਾਬਤ ਕਰਦੀਆਂ ਨੇ। ਫਿਰ ਅਗਲਾ ਜਿਹੜਾ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਉਪਚਾਰਾਤਮਕ ਅਧਿਐਨ ਦੀ ਕਮੀ। ਯਾਨੀ ਇਹ ਤਾਂ ਪੰਜਾਬੀ ਦੇ ਅੰਦਰ ਸਭ ਤੋਂ ਇੰਪੋਰਟੈਂਟ ਟੌਪਿਕ ਹੈ
ਕਿ ਪੰਜਾਬੀ ਦੇ ਅੰਦਰ ਸ਼ਾਇਦ ਹੀ ਕਿਤੇ ਇਹ ਗੱਲ ਦੇਖਣ ਨੂੰ ਮਿਲੀ ਹੋਵੇ ਕਿ ਕਿਤੇ ਉਪਚਾਰਾਤਮਕ ਕਲਾਸਾਂ ਲਾਈਆਂ ਗਈਆਂ ਹੋਣ ਪੰਜਾਬੀ ਦੇ ਸੁਧਾਰ ਦੇ ਲਈ। ਜਮਾਤਾਂ ਵਿੱਚ ਵਿਦਿਆਰਥੀਆਂ ਦੀ ਸੰਖਿਆ ਵੱਧ ਰਹੀ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜੀਆਂ ਹੋ ਰਹੀਆਂ ਹਨ। ਜਮਾਤ ਵਿੱਚ ਵਿਦਿਆਰਥੀਆਂ ਦੀਆਂ ਵਿਅਕਤੀਗਤ ਮੁਸ਼ਕਲਾਂ ਨੂੰ ਦੂਰ ਕਰਨਾ ਅਧਿਆਪਕਾਂ ਲਈ ਔਖਾ ਹੋ ਰਿਹਾ ਹੈ। ਇਸ ਮੁਸ਼ਕਲ ਨੂੰ ਉਪਚਾਰਾਤਮਕ ਸਿੱਖਿਆ ਦੁਆਰਾ ਹੱਲ ਕੀਤਾ ਜਾ ਸਕਦਾ ਹੈ। ਇਹ ਤਾਂ ਆਪ ਸਮਝ ਹੀ ਰਹੇ ਹੋਵੋਗੇ ਕਿ ਬਹੁਤ ਸਾਰੀਆਂ ਐਸੀਆਂ ਦਿੱਕਤਾਂ ਹੁੰਦੀਆਂ ਨੇ ਭਾਸ਼ਾ ਤੋਂ ਸੰਬੰਧਿਤ ਬੱਚਿਆਂ ਦੀਆਂ, ਜਿਹੜੀਆਂ ਕਿ ਚੁਣੌਤੀ ਬਣਦੀਆਂ ਨੇ, ਅਤੇ ਇਸ ਨੂੰ ਉਪਚਾਰਾਤਮਕ ਸਿੱਖਿਆ ਨਾਲ ਹੀ ਆਪਾਂ ਖਤਮ ਕਰ ਸਕਦੇ ਹਾਂ। ਉਹ ਜਿਹੜੀ ਹਰ ਰੋਜ਼ ਦੀ ਸਾਡੀ ਕਲਾਸ ਆ ਉਸ ਦੇ ਅੰਦਰ ਇਸ ਦਾ ਸੁਧਾਰ ਨਹੀਂ ਹੈ ਉਸ ਹੋ ਸਕਦਾ। ਇਹ ਕੋਈ ਅਨੁਸੰਧਾਨ ਦੇ ਨਤੀਜਿਆਂ ਨੂੰ ਆਧਾਰ ਬਣਾ ਕੇ ਪੇਸ਼ ਕਰ ਸਕਦੇ ਹਾਂ। ਇਸ ਦੇ ਰਿਜ਼ਲਟ ਅਸੀਂ ਅਧਿਆਪਕਾਂ ਨੂੰ ਕਿਰਿਆਤਮਕ ਅਨੁਸੰਧਾਨ ਦੇ ਨਤੀਜਿਆਂ ਨੂੰ ਆਧਾਰ ਬਣਾ ਕੇ ਸਿੱਖਿਆ ਦੇਣ ਦੀ ਲੋੜ ਹੈ। ਕੁਝ ਇਸੇ ਤਰ੍ਹਾਂ ਦੀਆਂ ਪੁਸਤਕਾਂ ਦੇ ਨਿਰਮਾਣ ਦੀ ਵੀ ਚੁਣੌਤੀ ਹੈ। ਜਿੱਥੇ ਸਾਨੂੰ ਉਪਚਾਰਾਤਮਕ ਜਮਾਤਾਂ ਬਣਾਉਣੀਆਂ ਚਾਹੀਦੀਆਂ ਨੇ, ਉੱਥੇ ਹੀ ਸਾਨੂੰ ਇਸ ਦੇ ਪੁਸਤਕਾਂ ਦੀ ਵੀ ਜ਼ਰੂਰਤ ਹੈ ਕਿ ਕੁਝ ਇਹੋ ਜਿਹੀਆਂ ਕਿਤਾਬਾਂ ਸਾਡੇ ਸਿਲੇਬਸ ਦੇ ਅੰਦਰ ਜੋੜੀਆਂ ਜਾਣ ਜਾਂ ਫਿਰ ਲਾਇਬ੍ਰੇਰੀਆਂ ਦੇ ਅੰਦਰ ਰੱਖੀਆਂ ਜਾਣ, ਜਿਹੜੇ ਕਿ ਸਾਡੀ ਇਸ ਘਾਟ ਨੂੰ ਪੂਰਾ ਕਰ ਸਕਣ। ਤਾਂ ਸਾਨੂੰ ਉਪਚਾਰਾਤਮਕ ਅਧਿਐਨ ਹੈ ਜਿਹੜੀ ਉਹ ਵੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ ਪੰਜਾਬੀ ਦੇ ਲਈ ਜਦੋਂ ਆਪਾਂ ਗੱਲ ਕਰਦੇ ਹਾਂ, ਮਾਤ ਭਾਸ਼ਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਆਪਣੇ ਕੋਲ ਪੁਆਇੰਟ ਆ ਜਾਂਦਾ, ਉਹ ਆ ਜਾਂਦਾ ਫੈਕਲਟੀਆਂ ਦੀ ਸਮੱਸਿਆ। ਸਾਰੀਆਂ ਹੀ ਭਾਸ਼ਾਵਾਂ ਵਿੱਚ ਵਿਸ਼ੇ ਦੀ ਚੋਣ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਇਸ ਵਿਸ਼ੇ ਦੀ ਚੋਣ ਦੇ ਨਾਲ ਹੀ ਪਾਠਕ੍ਰਮ ਕੀਮਤ ਰੱਖਦਾ ਹੈ। ਇਸ ਪਾਠਕ੍ਰਮ ਲਈ ਫੈਕਲਟੀਆਂ ਦੀ ਜ਼ਰੂਰਤ ਪੈਂਦੀ ਹੈ। ਭਾਸ਼ਾ ਸਿੱਖਿਆ ਦੇ ਹਰ ਇੱਕ ਪੱਧਰ 'ਤੇ ਕਿੰਨਾ ਪੜ੍ਹਾਇਆ ਜਾਵੇ, ਇਸ ਲਈ ਕਮੇਟੀਆਂ ਦਾ ਗਠਨ ਕਰਨਾ ਚਾਹੀਦਾ ਹੈ। ਇਹ ਕਮੇਟੀਆਂ ਹੀ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਪਾਠਕ੍ਰਮ ਤਿਆਰ ਕਰਨ, ਜਿਸ ਨਾਲ ਫੈਕਲਟੀਆਂ ਦੀ ਸਮੱਸਿਆ ਖਤਮ ਹੋ ਜਾਏ। ਯਾਨੀ ਸਾਨੂੰ ਇਸ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਇਹ ਉਚੇਚੇ ਤੌਰ 'ਤੇ ਸਾਨੂੰ ਇੱਦਾਂ ਦੀਆਂ ਕਮੇਟੀਆਂ ਬਣਾਈਆਂ ਜਾਣ ਜਿਹੜੀਆਂ ਪਾਠਕ੍ਰਮ ਨਿਰਧਾਰਿਤ ਕਰਨ, ਜਿਸ ਦੇ ਨਾਲ ਕਿ ਸਾਡੀ ਫੈਕਲਟੀਆਂ ਦੀ ਜਿਹੜੀ ਸਮੱਸਿਆ ਹੈ ਜਿਹੜੀ ਉਹ ਖਤਮ ਹੋ ਸਕੇ। ਯਾਨੀ ਸਾਨੂੰ ਇਸ ਦੇ ਹਰ ਇੱਕ ਪਹਿਲੂ 'ਤੇ ਨਜ਼ਰ ਰੱਖਣੀ ਪਏਗੀ ਜਿਹੜੀਆਂ ਸਾਡੀ ਪੰਜਾਬੀ ਜਾਂ ਫਿਰ ਮਾਤ ਭਾਸ਼ਾ ਦੇ ਲਈ ਚੁਣੌਤੀ ਪੇਸ਼ ਕਰ ਰਹੀਆਂ ਨੇ। ਫਿਰ ਉਸ ਤੋਂ ਬਾਅਦ 'ਚ ਇੱਕ ਹੋਰ ਜਿਹੜੀ ਸਾਡੀ ਸਮੱਸਿਆ ਆ ਜਾਂਦੀ ਹੈ ਪੰਜਾਬੀ ਭਾਸ਼ਾ ਦੇ ਲਈ, ਉਹ ਆ ਜਾਂਦੀ ਹੈ ਸੁਧਾਈ ਦੀ ਲੋੜ। ਇਹ ਬਹੁਤ ਵੱਡੀ ਗੱਲ ਹੈ ਕਿ ਸੁਧਾਈ ਦੀ ਜਿਹੜੀ ਲੋੜ ਹੈ ਜਿਹੜੀ ਉਹ ਹਰ ਵੇਲੇ ਬਣੀ ਰਹਿੰਦੀ ਹੈ, ਪਰ ਉਚਿਤ ਵੇਲੇ 'ਤੇ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਦੇ ਅੰਦਰ ਜਾਂ ਫਿਰ ਅਸੀਂ ਇਹ ਕਹੀਏ ਜਮਾਤਾਂ ਦੇ ਅੰਦਰ ਸੁਧਾਈ ਦੀ ਜਿਹੜੀ ਸਿਲੇਬਸ ਹੈ ਉਹ ਆਪਾਂ ਨੂੰ ਨਹੀਂ ਮੁਹੱਈਆ ਕਰਵਾਇਆ ਜਾਂਦਾ ਜਾਂ ਫਿਰ ਟੀਚਰ ਉਸ ਅਕੋਰਡਿੰਗ ਉਸ ਨੂੰ ਨਹੀਂ ਲੈਂਦੇ। ਪੰਜਾਬੀ ਭਾਸ਼ਾ ਦੀ ਸਿੱਖਿਆ ਸਮੇਂ ਸ਼ਬਦ ਜੋੜ, ਸ਼ਬਦਾਵਲੀਆਂ ਜਾਂ ਫਿਰ ਵਿਆਕਰਨ ਵੱਲ ਉਚੇਚਾ ਧਿਆਨ ਨਹੀਂ ਦਿੱਤਾ ਜਾਂਦਾ। ਗਲਤੀਆਂ ਵਿੱਚ ਸੁਧਾਰ ਲਈ ਕੰਮ ਨਹੀਂ ਕੀਤਾ ਜਾ ਰਿਹਾ। ਲਿਖਾਈ ਦੀ ਸੁਧਾਈ ਲਈ ਵੀ ਕੰਮ ਕਰਨ ਦੀ ਲੋੜ ਹੈ। ਯਾਨੀ ਹਰ ਪੱਧਰ 'ਤੇ ਜਿਹੜੀ ਸ਼ੋਧ ਹੈ ਉਹ ਹੋਣੀ ਚਾਹੀਦੀ ਹੈ। ਥੋੜ੍ਹੇ ਸਮੇਂ ਤੋਂ ਬਾਅਦ, ਟਾਈਮ ਤੋਂ ਬਾਅਦ 'ਚ ਬੱਚੇ ਦੀ ਲਿਖਾਈ ਦੇ ਵੱਲ ਵੀ ਗੌਰ ਕੀਤੀ ਜਾਏ, ਉਸ ਦੇ ਉਚਾਰਨ ਵੱਲ ਵੀ ਧਿਆਨ ਦਿੱਤਾ ਜਾਏ, ਉਸ ਦੇ ਸ਼ਬਦ ਜੋੜ, ਵਾਕ ਬੋਧ ਦੇ ਅੰਦਰ ਵਿਆਕਰਨਿਕ ਇਕਾਈਆਂ ਨੇ, ਉਹ ਸਾਰੇ ਪਹਿਲੂਆਂ ਦੇ ਵੱਲ ਨਜ਼ਰ ਰੱਖੀ ਜਾਏ ਅਤੇ ਉਸ ਨੂੰ ਰਿਪੀਟ ਕਰਵਾਇਆ ਜਾਏ, ਸੁਧਾਰ ਕਰਵਾਇਆ ਜਾਵੇ, ਤਾਂ ਕਿ ਉਹ ਕੋਈ ਵੀ ਗਲਤੀ ਨੂੰ ਸਥਾਈ ਕਰਨ ਤੋਂ ਪਹਿਲੇ ਹੀ ਸੁਧਾਰ ਲਵੇ। ਤਾਂ ਇਸ ਵੱਲ ਵੀ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਫਿਰ ਉਸ ਤੋਂ ਬਾਅਦ 'ਚ ਅਗਲਾ ਜਿਹੜਾ ਸਾਡੇ ਲਈ ਪੁਆਇੰਟ ਆ ਜਾਂਦਾ, ਉਹ ਆ ਜਾਂਦਾ ਹੈ ਅਨੁਸੰਧਾਨ ਦੀ ਸਮੱਸਿਆ। ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਅਨੁਸੰਧਾਨ ਦੀ ਸਮੱਸਿਆ ਪੈਦਾ ਹੋ ਰਹੀ ਹੈ। ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਕੋਈ ਸੁਤੰਤਰ ਅਨੁਸੰਧਾਨ ਸੰਸਥਾ ਦੀ ਸਥਾਪਨਾ ਨਹੀਂ ਹੋਈ, ਜਿਸ ਨਾਲ ਭਾਸ਼ਾ ਸਿੱਖਿਆ ਦੀਆਂ ਵਿਧੀਆਂ ਵਿੱਚ ਜ਼ਰੂਰੀ ਸ਼ੋਧ ਸੰਭਵ ਹੋ ਸਕੇ। ਹਰ ਖੇਤਰ ਵਿੱਚ ਸੁਧਾਰ ਦੀ ਜ਼ਰੂਰਤ ਹੁੰਦੀ ਹੈ। ਇਸ ਪਾਸੇ ਵੱਲ ਜ਼ਰੂਰੀ ਧਿਆਨ ਦੇਣ ਦੀ ਲੋੜ ਹੈ। ਯਾਨੀ ਸਾਨੂੰ ਅਨੁਸੰਧਾਨ ਦੀ ਵੀ ਜ਼ਰੂਰਤ ਹੈ। ਅਨੁਸੰਧਾਨ ਤੁਸੀਂ ਸਮਝਦੇ ਹੋਵੋਗੇ ਕਿ ਵੇਲੇ ਸਿਰ ਸਾਨੂੰ ਉਸ ਦੇ ਉੱਪਰ ਕੋਈ ਖੋਜ ਕਰਕੇ, ਖੋਜ ਭਰਪੂਰ ਉਸ ਦੇ ਅੰਦਰ ਸੁਧਾਰ ਦੀ ਜ਼ਰੂਰਤ ਹੁੰਦੀ ਹੈ। ਤਾਂ ਇਸ ਟੌਪਿਕ ਦੇ ਵੱਲ ਵੀ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਪੰਜਾਬੀ ਵਿਸ਼ੇ ਦੇ ਲਈ ਵੇਲੇ ਸਿਰ ਅਨੁਸੰਧਾਨ ਕੀਤੇ ਜਾਣ ਅਤੇ ਜਿਸ ਖੇਤਰ ਦੇ ਅੰਦਰ ਜਾਂ ਜਿਸ ਟੌਪਿਕ ਦੇ ਉੱਪਰ ਸੁਧਾਰ ਦੀ ਜ਼ਰੂਰਤ ਹੈ, ਗੁੰਜਾਇਸ਼ ਹੈ, ਉੱਥੇ ਸੁਧਾਰ ਕੀਤਾ ਜਾਏ, ਰਿਸਰਚ ਹੋਣੀ ਚਾਹੀਦੀ ਹੈ। ਫਿਰ ਅਗਲਾ ਪੁਆਇੰਟ ਆ ਜਾਂਦਾ ਹੈ ਉਦੇਸ਼ਾਂ ਦੀ ਪ੍ਰਾਪਤੀ ਸੰਬੰਧੀ ਸਮੱਸਿਆ। ਪੰਜਾਬੀ ਭਾਸ਼ਾ ਦੀ ਸਿੱਖਿਆ ਦੇ 4 ਉਦੇਸ਼ ਨੇ। ਪਹਿਲਾ ਆ ਜਾਂਦਾ ਹੈ ਸੁਣਨਾ, ਫਿਰ ਆ ਜਾਂਦਾ ਬੋਲਣਾ, ਉਸ ਤੋਂ ਬਾਅਦ ਪੜ੍ਹਨਾ ਅਤੇ ਲਾਸਟ ਦੇ ਅੰਦਰ ਲਿਖਣਾ।
ਅਧਿਆਪਕ ਵਧੇਰੇ ਪੜ੍ਹਨ ਅਤੇ ਲਿਖਣ 'ਤੇ ਜ਼ੋਰ ਦਿੰਦੇ ਨੇ। ਇਸ ਤਰ੍ਹਾਂ ਕਰਨ ਨਾਲ ਸਾਰੇ ਉਦੇਸ਼ਾਂ ਦੀ ਪੂਰਤੀ ਨਹੀਂ ਹੁੰਦੀ। ਇਸ ਸਮੱਸਿਆ ਨਾਲ ਨਜਿੱਠਣ ਦੀ ਲੋੜ ਹੈ। ਯਾਨੀ ਅਕਸਰ ਕਲਾਸਾਂ ਦੇ ਅੰਦਰ ਦੇਖਿਆ ਜਾਂਦਾ ਹੈ ਕਿ ਇੱਕ ਬੱਚਿਆਂ ਨੂੰ ਇੱਕ ਟੀਚਰ ਹੈ ਜਿਹੜਾ ਉਹ ਰਵਾਇਤ ਦੇ ਤੌਰ 'ਤੇ ਹਮੇਸ਼ਾ ਹੀ ਜਿਹੜੀ ਹੈ ਉਸ ਦੇ ਚਾਰੇ ਪਹਿਲੂਆਂ ਦੀ ਪੂਰਤੀ ਨਾ ਕਰਵਾ ਕੇ, ਉਹ ਚਾਰੇ ਉਦੇਸ਼ ਨੇ ਜਿਹੜੇ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ, ਉਸ ਦੀ ਪੂਰਤੀ ਨਾ ਕਰਵਾ ਕੇ ਸਗੋਂ ਕਿ ਉਸ ਨੂੰ ਜਮਾਤ ਦੇ ਅੰਦਰ ਪਾਸ ਲੈਸ਼ਨ ਹੈ ਜਿਹੜਾ ਪਾਠ ਹੈ ਜਿਹੜਾ ਉਹ ਪੜ੍ਹਾ ਦਿੰਦਾ ਹੈ ਅਤੇ ਪੜ੍ਹਾਉਣ ਤੋਂ ਬਾਅਦ ਉਸ ਨੂੰ ਲਿਖਵਾ ਦਿੰਦਾ ਹੈ। ਇੱਥੋਂ ਤੱਕ ਹੀ ਸੀਮਿਤ ਹੁੰਦਾ ਹੈ। ਸੁਣਨਾ ਅਤੇ ਬੋਲਣਾ ਇਸ ਦੇ ਬਾਰੇ ਵੀ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਫਿਰ ਇਸ ਤੋਂ ਬਾਅਦ ਸਾਡੇ ਕੋਲ ਅਗਲਾ ਜਿਹੜਾ ਪੁਆਇੰਟ ਆ ਜਾਂਦਾ ਹੈ ਉਹ ਆ ਜਾਂਦਾ ਭਾਸ਼ਾ ਪ੍ਰਯੋਗਸ਼ਾਲਾਵਾਂ ਵਿੱਚ ਕਮੀ। ਯਾਨੀ ਭਾਸ਼ਾ ਦੀਆਂ ਪ੍ਰਯੋਗਸ਼ਾਲਾਵਾਂ ਵੀ ਬਹੁਤ ਘੱਟ ਨੇ। ਪੰਜਾਬੀ ਭਾਸ਼ਾ ਦੀ ਪ੍ਰਯੋਗਸ਼ਾਲਾ ਦੀ ਗੱਲ ਕਰੀਏ ਤਾਂ ਨਾ ਮਾਤਰ ਦੀਆਂ ਨੇ। ਸ਼ਾਇਦ ਹੀ ਕਿਸੇ ਸਕੂਲ ਜਾਂ ਕਾਲਜ ਦੇ ਅੰਦਰ ਪ੍ਰਯੋਗਸ਼ਾਲਾ ਪੰਜਾਬੀ ਭਾਸ਼ਾ ਦੀ ਮਿਲੇਗੀ। ਸਕੂਲਾਂ ਜਾਂ ਕਾਲਜਾਂ ਵਿੱਚ ਲਾਇਬ੍ਰੇਰੀਆਂ ਤਾਂ ਮਿਲ ਜਾਂਦੀਆਂ ਨੇ, ਪਰ ਭਾਸ਼ਾ ਦੀ ਸਿੱਖਿਆ ਲਈ ਪ੍ਰਯੋਗਸ਼ਾਲਾ ਦੀ ਵੀ ਲੋੜ ਹੁੰਦੀ ਹੈ। ਭਾਸ਼ਾ ਨੂੰ ਵਿਗਿਆਨਿਕ ਆਧਾਰ ਦੇਣ ਲਈ ਪ੍ਰਯੋਗਸ਼ਾਲਾ ਦਾ ਨਿਰਮਾਣ ਕਰਨਾ ਬਹੁਤ ਹੀ ਲਾਜ਼ਮੀ ਹੁੰਦਾ ਹੈ। ਲਾਇਬ੍ਰੇਰੀ ਅਲੱਗ ਹੁੰਦੀ ਹੈ ਅਤੇ ਪ੍ਰਯੋਗਸ਼ਾਲਾ, ਜਿਸ ਨੂੰ ਅਸੀਂ ਲੈਬ ਕਹਿ ਦਿੰਦੇ ਹਾਂ, ਉਹ ਅਲੱਗ ਹੁੰਦੀ ਹੈ। ਭਾਸ਼ਾ ਦੀ ਲੈਬ ਅਸੀਂ ਕਹਾਂਗੇ ਇਸ ਨੂੰ, ਜਾਂ ਫਿਰ ਭਾਸ਼ਾ ਦੀ ਜਿਹੜੀ ਪ੍ਰਯੋਗਸ਼ਾਲਾ ਹੈ ਜਿੱਥੇ ਭਾਸ਼ਾ ਸੰਬੰਧੀ ਸ਼ੋਧ ਕਰਨੇ ਹੁੰਦੇ ਨੇ। ਅਸੀਂ ਬੱਚਿਆਂ ਨੂੰ ਹੋਰ ਬਹੁਤ ਸਾਰੇ ਸਾਧਨਾਂ ਦੇ ਰਾਹੀਂ ਉਸ ਦੇ ਸ਼ਬਦ ਨੇ ਜਿਹੜੇ ਉਸ ਨੂੰ ਸੁਧਾਰ ਕਰਾਉਣਾ ਹੁੰਦਾ, ਚਾਹੇ ਉਚਾਰਨ ਪੱਖੋਂ ਹੋਵੇ, ਲਿਖਣ ਪੱਖੋਂ ਹੋਵੇ, ਚਾਹੇ ਵਿਆਕਰਨਿਕ ਉਣਤਾਈਆਂ ਦੀ ਪੂਰਤੀ ਸੰਬੰਧੀ ਹੋਵੇ। ਤਾਂ ਲਾਇਬ੍ਰੇਰੀਆਂ ਜ਼ਰੂਰ ਮਿਲ ਜਾਂਦੀਆਂ ਨੇ ਸਾਨੂੰ, ਜਿਸ ਦੇ ਅੰਦਰ ਪੁਸਤਕਾਂ ਸਾਨੂੰ ਪੰਜਾਬੀ ਨਾਲ ਜੁੜੀਆਂ ਜਾਂ ਫਿਰ ਹੋਰ ਵਿਸ਼ਿਆਂ ਨਾਲ ਸੰਬੰਧਿਤ ਮਿਲ ਜਾਂਦੀਆਂ ਨੇ, ਪਰ ਪ੍ਰਯੋਗਸ਼ਾਲਾ ਦੀ ਅਣਹੋਂਦ ਅਕਸਰ ਦੇਖਣ ਨੂੰ ਮਹਿਸੂਸ ਹੁੰਦੀ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜੋ ਅਗਲਾ ਪੁਆਇੰਟ ਆ ਜਾਂਦਾ ਸਾਥੀਓ, ਉਹ ਆ ਜਾਂਦਾ ਹੈ ਯੋਗ ਅਗਵਾਈ ਅਤੇ ਨਿਗਰਾਨੀ ਦੀ ਘਾਟ। ਯੋਗ ਅਗਵਾਈ ਅਤੇ ਨਿਗਰਾਨੀ ਦੀ ਘਾਟ। ਯੋਗ ਅਗਵਾਈ ਤਾਂ ਤੁਸੀਂ ਸਮਝਦੇ ਹੀ ਹੋ, ਅਤੇ ਨਿਗਰਾਨੀ ਦੀ ਯਾਨੀ ਵੇਲੇ ਸਿਰ ਉਸ ਦੇ ਉੱਪਰ ਨਜ਼ਰ ਵੀ ਨਹੀਂ ਰੱਖੀ ਜਾਂਦੀ। ਕਿਸੇ ਵੀ ਭਾਸ਼ਾ ਨੂੰ ਚੰਗੀਆਂ ਜਾਂਚਾਂ ਅਤੇ ਸੁਝਾਵਾਂ ਦੀ ਲੋੜ ਹੁੰਦੀ ਹੈ। ਇਸ ਆਧਾਰ 'ਤੇ ਪੰਜਾਬੀ ਭਾਸ਼ਾ ਸਿਰਫ ਦਿਖਾਵਾ ਬਣ ਕੇ ਹੀ ਰਹਿ ਜਾਂਦੀ ਹੈ। ਚੰਗੀਆਂ ਜਾਂਚਾਂ ਤੋਂ ਬਾਅਦ ਸੁਝਾਅ ਪ੍ਰਾਪਤ ਕਰਕੇ ਸੁਧਾਰ ਕਰਨਾ ਚਾਹੀਦਾ ਹੈ। ਯਾਨੀ ਇਸ ਦੇ ਅੰਦਰ ਹੋਣਾ ਤਾਂ ਇਹ ਚਾਹੀਦਾ ਹੈ ਕਿ ਵੇਲੇ ਸਿਰ ਸੁਝਾਅ ਮੰਗੇ ਜਾਣ ਅਤੇ ਉਹਨਾਂ ਸੁਝਾਅ ਨੂੰ ਅਸੀਂ ਜਾਂਚ ਦੇ ਆਧਾਰ 'ਤੇ ਫਿਰ ਅਸੀਂ ਲਾਗੂ ਵੀ ਕਰੀਏ, ਪਰ ਐਸਾ ਨਹੀਂ ਹੁੰਦਾ। ਨਿਗਰਾਨੀ ਨਹੀਂ ਰੱਖੀ ਜਾਂਦੀ ਅਤੇ ਯੋਗ ਅਗਵਾਈ ਹੈ ਜਿਹੜੀ ਉਹ ਵੀ ਨਹੀਂ ਕੀਤੀ ਜਾਂਦੀ। ਫਿਰ ਅਗਲਾ ਪੁਆਇੰਟ ਆ ਜਾਂਦਾ ਸਮੇਂ ਪ੍ਰਤੀ ਅਣਦੇਖੀ। ਇਹ ਗੱਲ ਆਪਾਂ ਸ਼ੁਰੂ 'ਚ ਹੀ ਕਰ ਚੁੱਕੇ ਹਾਂ ਕਿ ਪੰਜਾਬੀ ਦੇ ਪੀਰੀਅਡ ਅਕਸਰ ਸਕੂਲਾਂ ਦੇ ਅੰਦਰ ਦੇਖਣ ਨੂੰ ਮਿਲਦਾ ਕਿ ਲਾਸਟ ਵਾਲੇ ਦਿੱਤੇ ਜਾਂਦੇ ਨੇ, ਇੰਪੋਰਟੈਂਟ ਨਹੀਂ ਮੰਨਦੇ ਹੋਏ। ਅਜੋਕੇ ਦੌਰ ਵਿੱਚ ਇਹ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਉਸ ਨੂੰ ਲੋੜੀਂਦਾ ਸਮਾਂ ਨਹੀਂ ਦਿੱਤਾ ਜਾਂਦਾ। ਸਵੇਰੇ ਦਾ ਸਮਾਂ ਅਤੇ ਜ਼ਿਆਦਾ ਸਮਾਂ ਦੂਜੇ ਵਿਸ਼ਿਆਂ ਨੂੰ ਦਿੱਤਾ ਜਾਂਦਾ ਹੈ। ਪੰਜਾਬੀ ਨੂੰ ਉਸ ਸਮੇਂ ਪੜ੍ਹਾਇਆ ਜਾਂਦਾ ਹੈ ਜਦੋਂ ਬੱਚੇ ਥੱਕ ਜਾਂਦੇ ਹਨ ਅਤੇ ਸਮਾਂ ਵੀ ਪੂਰਾ ਨਹੀਂ ਦਿੱਤਾ ਜਾਂਦਾ। ਇਹ ਅਕਸਰ ਹੀ ਦੇਖਣ ਨੂੰ ਮਿਲਦਾ ਹੈ, ਤਾਂ ਸਾਨੂੰ ਇਸ ਪ੍ਰਤੀ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਫਿਰ ਉਸ ਤੋਂ ਬਾਅਦ ਆਪਣਾ ਅਗਲਾ ਪੁਆਇੰਟ ਆ ਜਾਂਦਾ ਪ੍ਰੀਖਿਆ ਸੰਬੰਧੀ ਸਮੱਸਿਆ। ਪੰਜਾਬੀ ਭਾਸ਼ਾ ਦੀ ਸਿੱਖਿਆ ਸਮੇਂ ਪ੍ਰੀਖਿਆ ਸੰਬੰਧੀ ਸਮੱਸਿਆਵਾਂ ਬਹੁਤ ਹੀ ਦੇਖਣ ਨੂੰ ਮਿਲਦੀਆਂ ਨੇ। ਪ੍ਰੀਖਿਆ ਵਿੱਚ ਆਮ ਤੌਰ 'ਤੇ ਲਿਖਤ ਵਿਧੀ ਹੀ ਅਪਣਾਈ ਜਾਂਦੀ ਹੈ, ਜਦੋਂ ਕਿ ਮਨੋਵਿਗਿਆਨਿਕ ਆਧਾਰ 'ਤੇ ਭਾਸ਼ਾ ਸਿੱਖਿਆ ਦੀਆਂ ਵਿਧੀਆਂ ਅਪਣਾਉਣ ਦੀ ਲੋੜ ਹੁੰਦੀ ਹੈ। ਭਾਸ਼ਾ ਸਿੱਖਿਆ ਦੀਆਂ ਵਿਧੀਆਂ ਇਹ ਵੀ ਆਪਦੇ ਸਿਲੇਬਸ ਦੇ ਅੰਦਰ ਨੇ ਅਤੇ ਇਹ ਵੀ ਆਪ ਨੂੰ ਕਰਵਾਈਆਂ ਜਾਣੀਆਂ ਅਤੇ ਇਹਨਾਂ ਦੀ ਵਰਤੋਂ ਵੀ ਕਲਾਸਰੂਮ ਦੇ ਅੰਦਰ ਹੋਣੀ ਚਾਹੀਦੀ ਹੈ। ਫਿਰ ਇਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਆ ਜਾਂਦਾ ਸਾਥੀਓ, ਉਹ ਆ ਜਾਂਦਾ ਪਾਠ ਪੁਸਤਕਾਂ ਸੰਬੰਧੀ ਕਮੀਆਂ। ਪੰਜਾਬੀ ਭਾਸ਼ਾ ਦੀ ਸਿੱਖਿਆ ਦੇਣ ਵਾਲੀਆਂ ਪਾਠ ਪੁਸਤਕਾਂ ਸੰਬੰਧੀ ਕਮੀਆਂ ਦੇਖਣ ਨੂੰ ਮਿਲਦੀਆਂ ਨੇ। ਭਾਸ਼ਾ ਦੀ ਸਿੱਖਿਆ ਦੇਣ ਵਾਲਿਆਂ ਪਾਠ ਪੁਸਤਕਾਂ ਦਾ ਮਿਆਰ ਉਸ ਪੱਧਰ ਦਾ ਦੇਖਣ ਨੂੰ ਨਹੀਂ ਮਿਲਦਾ। ਇਸ ਦੇ ਨੀਵੇਂ ਪੱਧਰ ਨੂੰ ਸੁਧਾਰਨ ਦੀ ਜ਼ਰੂਰਤ ਹੈ। ਯਾਨੀ ਸਧਾਰਨ ਲੈਵਲ ਦੀਆਂ ਪੁਸਤਕਾਂ ਨੇ ਜਿਨ੍ਹਾਂ ਨੂੰ ਸਾਨੂੰ ਆਧੁਨਿਕ ਵਿਗਿਆਨਿਕ ਤਰਕ ਦੇ ਆਧਾਰ 'ਤੇ ਇਹਨਾਂ ਦਾ ਜਿਹੜਾ ਸਿਲੇਬਸ ਹੈ ਉਹ ਤਿਆਰ ਕਰਨ ਦੀ ਜ਼ਰੂਰਤ ਹੈ। ਫਿਰ ਅਗਲਾ ਪੁਆਇੰਟ ਆ ਜਾਂਦਾ, ਉਹ ਆ ਜਾਂਦਾ ਪੰਜਾਬੀ ਅਧਿਆਪਕਾਂ ਦਾ ਸਥਾਨ। ਇਹ ਵੀ ਇੰਪੋਰਟੈਂਟ ਗੱਲ ਹੈ। ਪੰਜਾਬੀ ਅਧਿਆਪਕਾਂ ਨੂੰ ਜ਼ਿਆਦਾ ਵੈਲਿਊ ਨਹੀਂ ਦਿੱਤੀ ਜਾਂਦੀ, ਇਸੇ ਕਾਰਨ ਹੀ ਤਾਂ ਬਹੁਤ ਘੱਟ ਵੈਕੈਂਸੀ ਆਉਂਦੀ ਹੈ, ਭਰਤੀ ਵੀ ਬਹੁਤ ਘੱਟ ਕੀਤੇ ਜਾਂਦੇ ਨੇ, ਕਿਉਂਕਿ ਉਸ ਦੀ ਲੋੜ ਮਹਿਸੂਸ ਨਹੀਂ ਮੰਨੀ ਜਾਂਦੀ। ਅਕਸਰ ਦੇਖਣ ਨੂੰ ਵਿਭਾਗ ਇਹ ਮੰਨਦਾ ਕਿ ਪੰਜਾਬੀ ਤਾਂ ਹਰ ਕੋਈ ਕਰਵਾ ਸਕਦਾ ਹੈ, ਪਰ ਐਸਾ ਨਹੀਂ ਹੈ। ਪੰਜਾਬੀ ਦਾ ਆਪਣਾ ਵਿਸ਼ੇਸ਼ ਸਥਾਨ ਹੈ, ਉਸ 'ਤੇ ਵੀ ਭਾਸ਼ਾ ਜਿਹੜੇ ਮਾਹਰ ਟੀਚਰ ਹੀ ਲਗਾਏ ਜਾਣੇ ਚਾਹੀਦੇ ਨੇ।
ਇੱਕ ਗੱਲ ਇਹ ਵੀ ਦੇਖਣ ਨੂੰ ਮਿਲਦੀ ਹੈ ਕਿ ਪੰਜਾਬੀ ਭਾਸ਼ਾ ਦੇ ਅਧਿਆਪਕ ਨੂੰ ਦੂਜੇ ਵਿਸ਼ਿਆਂ ਦੇ ਅਧਿਆਪਕਾਂ ਜਿੰਨਾ ਸਤਿਕਾਰ ਨਹੀਂ ਦਿੱਤਾ ਜਾਂਦਾ। ਪੰਜਾਬੀ ਭਾਸ਼ਾ ਪੜ੍ਹਾਉਣ ਵਾਲੇ ਅਧਿਆਪਕ ਦੀ ਤੁਲਨਾ ਵਿੱਚ ਦੂਜਾ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਤਾਂ ਇਸ ਵੱਲ ਵੀ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਪੰਜਾਬੀ ਦੇ ਟੀਚਰ ਨੂੰ ਵੀ ਬਰਾਬਰ ਦੀ ਇੱਜ਼ਤ ਮਾਣ ਵੀ ਦਿੱਤਾ ਜਾਏ ਅਤੇ ਉਸ ਦੇ ਮਹੱਤਵ ਨੂੰ ਵੀ ਸਮਝਿਆ ਜਾਏ। ਫਿਰ ਅਗਲਾ ਆ ਗਿਆ ਸਾਡੇ ਕੋਲ ਪੰਜਾਬੀ ਭਾਸ਼ਾ ਸਿੱਖਿਆ ਸੁਧਾਰ ਘਰਾਂ ਦੀ ਕਮੀ। ਸਿੱਖਿਆ ਸੁਧਾਰ ਘਰਾਂ ਦੀ ਕਮੀ ਇਹ ਤਾਂ ਅਕਸਰ ਦੇਖਣ ਨੂੰ ਮਿਲਦੀ ਹੈ, ਕਿਤੇ ਵੀ ਨਹੀਂ ਮਿਲੇਗਾ ਸ਼ਾਇਦ ਕਹਾਂਗਾ, ਕਿਉਂਕਿ ਵੱਡੇ ਲੈਵਲ 'ਤੇ ਨਹੀਂ, ਪੰਜਾਬ ਦੇ ਅੰਦਰ ਨਹੀਂ, ਰਾਜਸਥਾਨ ਦੇ ਅੰਦਰ ਸ਼ਾਇਦ ਇੱਦਾਂ ਦਾ ਕੋਈ ਉਪਰਾਲਾ ਨਹੀਂ ਹੈ। ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਕੋਈ ਵਿਸ਼ੇਸ਼ ਸੈਂਟਰ ਸਥਾਪਿਤ ਨਹੀਂ ਕੀਤੇ ਗਏ। ਭਾਸ਼ਾ ਦੀ ਸ਼ੁੱਧਤਾ ਲਈ ਸਿੱਖਿਆ ਸੁਧਾਰ ਘਰਾਂ ਦੀ ਸਥਾਪਨਾ ਕਰਨ ਦੀ ਲੋੜ ਹੈ। ਇਹਨਾਂ ਸੈਂਟਰਾਂ 'ਤੇ ਪੰਜਾਬੀ ਭਾਸ਼ਾ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ। ਯਾਨੀ ਉੱਥੇ ਫਿਰ ਜਿੱਥੇ ਪੰਜਾਬੀ ਭਾਸ਼ਾ ਦਾ ਗਿਆਨ ਕਰਵਾਇਆ ਜਾਂਦਾ ਹੈ, ਉੱਥੇ ਵਿਆਕਰਨਿਕ ਉਣਤਾਈਆਂ ਅਤੇ ਉਚਾਰਨ, ਲਿਖਤ, ਇਸ ਦੇ ਨਾਲ ਉਸ ਨੂੰ ਭਾਸ਼ਾ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਦਿੱਤੀ ਜਾਂਦੀ ਹੈ। ਫਿਰ ਅਗਲਾ ਪੁਆਇੰਟ ਆ ਜਾਂਦਾ ਆਪਣੇ ਕੋਲ ਲਾਇਬ੍ਰੇਰੀ ਦੀ ਘਾਟ। ਲਾਇਬ੍ਰੇਰੀ ਦੀ ਵੀ ਘਾਟ ਹੈ। ਹਾਂ, ਲਾਇਬ੍ਰੇਰੀਆਂ ਮਿਲਦੀਆਂ ਜ਼ਰੂਰ ਨੇ, ਪਰ ਉਹਨਾਂ ਦੇ ਅੰਦਰ ਜ਼ਰੂਰਤ ਮੁਤਾਬਕ ਪੁਸਤਕਾਂ ਨਹੀਂ ਮਿਲਦੀਆਂ ਆਪਾਂ ਨੂੰ। ਸਕੂਲਾਂ ਜਾਂ ਕਾਲਜਾਂ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਭਾਸ਼ਾ ਦੀ ਸਿੱਖਿਆ ਸੰਬੰਧੀ ਲਾਇਬ੍ਰੇਰੀ ਵਿੱਚ ਪੁਸਤਕਾਂ ਦੀ ਅਣਹੋਂਦ ਹੀ ਹੁੰਦੀ ਹੈ। ਇਸ ਵੱਲ ਵਧੇਰੇ ਧਿਆਨ ਦੇਣ ਦੀ ਥਾਂ ਵਿਗਿਆਨ ਜਾਂ ਫਿਰ ਦੂਜੇ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਸ਼ਾਮਲ ਕੀਤੀਆਂ ਜਾਂਦੀਆਂ ਨੇ। ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਦੂਜੀਆਂ ਜਿਹੜੀਆਂ ਸਬਜੈਕਟ ਨੇ ਉਹਨਾਂ ਨੂੰ ਵੈਲਿਊ ਜ਼ਿਆਦਾ ਦਿੱਤੀ ਜਾਂਦੀ ਹੈ ਅਤੇ ਪੰਜਾਬੀ ਦੀਆਂ ਜਿਹੜੀਆਂ ਪੁਸਤਕਾਂ ਨੇ ਉਹ ਉਸ ਅਨੁਸਾਰ ਨਹੀਂ ਮਿਲਦੀਆਂ। ਫਿਰ ਅਗਲਾ ਪੁਆਇੰਟ ਆ ਜਾਂਦਾ ਭਾਸ਼ਾ ਅਧਿਆਪਕਾਂ ਦੀ ਕਮੀ। ਪੰਜਾਬੀ ਭਾਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਕਮੀ ਦੇਖਣ ਨੂੰ ਵੀ ਮਿਲਦੀ ਹੈ। ਇਸ ਵਿਸ਼ੇ ਨੂੰ ਸਕੂਲਾਂ ਵਿੱਚ ਦੂਜੇ ਅਧਿਆਪਕ ਹੀ ਪੜ੍ਹਾ ਕੇ ਕੰਮ ਸਾਰ ਲੈਂਦੇ ਨੇ, ਜਿਸ ਨਾਲ ਪੰਜਾਬੀ ਭਾਸ਼ਾ ਦੀ ਸਿੱਖਿਆ ਦਾ ਗਿਆਨ ਅਧੂਰਾ ਹੀ ਰਹਿ ਜਾਂਦਾ ਹੈ। ਇਹ ਗੱਲ ਵੀ ਆਪਾਂ ਉੱਪਰ ਵੀ ਕਰ ਲਈ ਸੀ ਕਿ ਇੱਕ ਹੋਰ ਟੌਪਿਕ ਦੇ ਨਾਲ ਹੀ, ਕਿ ਦੂਜੇ ਟੀਚਰ ਪੜ੍ਹਾਉਣਗੇ ਤਾਂ ਬਹੁਤ ਸਾਰੀਆਂ ਕਮੀਆਂ ਛੱਡ ਜਾਣਗੇ। ਫਿਰ ਇਸ ਤੋਂ ਬਾਅਦ ਜਿਹੜਾ ਅਗਲਾ ਆਪਣੇ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਪੰਜਾਬੀ ਵਿਰਸੇ ਦਾ ਅੰਤ। ਵਿਰਸੇ ਦਾ ਅੰਤ ਤਾਂ ਹੋ ਹੀ ਰਿਹਾ ਸਾਥੀਓ, ਕਿਉਂਕਿ ਜੇਕਰ ਸਾਨੂੰ ਲੋੜ ਮੁਤਾਬਕ ਉਸ ਦੇ ਪਹਿਲੂ ਨਹੀਂ ਮਿਲਣਗੇ ਤਾਂ ਉਸ ਚੀਜ਼ ਦਾ ਅੰਤ ਹੋ ਜਾਏਗਾ, ਹੌਲੀ ਹੌਲੀ ਉਹ ਚੀਜ਼ ਖਤਮ ਹੋ ਜਾਏਗੀ। ਪੰਜਾਬੀ ਵਿਰਸੇ ਦੇ ਅੰਤ ਨੇ ਭਾਸ਼ਾ ਸਿੱਖਿਆ ਦੀਆਂ ਨੀਹਾਂ ਨੂੰ ਹੋਰ ਥੋਥਾ ਕੀਤਾ ਹੈ। ਥੋਥਾ ਸਮਝਦੇ ਹੋਣਗੇ, ਕਮਜ਼ੋਰ ਕੀਤਾ ਹੈ। ਪੰਜਾਬੀ ਲੋਕ ਪੱਛਮੀ ਵਿਰਸੇ ਦੇ ਪਿੱਛੇ ਅੰਨ੍ਹੇਵਾਹ ਭੱਜ ਰਹੇ ਨੇ। ਇਸ ਕਾਰਨ ਪੰਜਾਬੀ ਸੱਭਿਆਚਾਰ ਗੁਆਚ ਰਿਹਾ ਹੈ। ਇਸ ਨੂੰ ਸੰਭਾਲਣ ਦੀ ਜ਼ਰੂਰਤ ਹੈ। ਯਾਨੀ ਜਿਸ ਨੂੰ ਅਸੀਂ ਫੋਕ ਕਹਿ ਦਿੰਦੇ ਹਾਂ ਨਾ, ਉਸ ਦੀ ਅਣਹੋਂਦ ਦੇਖਣ ਨੂੰ ਮਿਲਦੀ ਹੈ। ਅਸੀਂ ਜਿਹੜੀ ਪੱਛਮੀ ਸੱਭਿਆਚਾਰ ਹੈ, ਨਵੇਂ ਜਿਹੜੇ ਸਾਡੇ ਢੰਗ ਨੇ, ਜਿਹੜੇ ਅਸੀਂ ਜਿਵੇਂ ਉਦਾਹਰਨ ਦੇ ਤੌਰ 'ਤੇ ਜੇਕਰ ਆਪਾਂ ਗੱਲ ਕਰੀਏ ਕਿ ਬਰਥਡੇ ਹੋਏ, ਅਸੀਂ ਐਨਵਰਸਰੀਆਂ ਮਨਾ ਰਹੇ ਹਾਂ, ਇਹ ਸਭ ਜਿਹੜੀ ਤਰੀਕੇ ਨੇ ਇਹ ਸਾਨੂੰ ਪੱਛਮੀ ਸੱਭਿਆਚਾਰ ਦੀ ਦੇਣ ਹੈ। ਜਦੋਂ ਕਿ ਸਾਡੇ ਆਪਣਾ ਕਲਚਰ ਸੀ ਜਿਹੜਾ, ਉਸ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਜਿਵੇਂ ਕਿ ਤੀਆਂ ਦੀ ਗੱਲ ਕਰੀਏ, ਆਪਾਂ ਗਿੱਧੇ ਦੀ ਗੱਲ ਕਰੀਏ, ਜਾਂ ਫਿਰ ਕਿਸੇ ਹੋਰ ਨਾਚ ਦੀ ਗੱਲ ਕਰੀਏ, ਕਿੱਕਲੀਆਂ ਦੀ ਗੱਲ ਕਰੀਏ, ਤਾਂ ਉੱਥੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਤਾਂ ਇਸ ਦੇ ਨਾਲ ਸਾਡੇ ਵਿਰਸੇ ਦਾ ਅੰਤ ਹੋ ਰਿਹਾ, ਜਿੱਥੋਂ ਪੰਜਾਬੀ ਪਿਛੜ ਰਹੀ ਹੈ। ਅਤੇ ਲਾਸਟ ਆਪਣੇ ਕੋਲੇ ਪੁਆਇੰਟ ਆ ਜਾਂਦਾ ਪਰੰਪਰਾਗਤ ਵਿਧੀਆਂ ਦੀ ਕਮੀ। ਪੰਜਾਬੀ ਵਿਸ਼ੇ ਦੇ ਅਧਿਆਪਨ ਸਮੇਂ ਵਿਗਿਆਨਿਕ ਵਿਧੀਆਂ ਤੋਂ ਕੰਮ ਨਹੀਂ ਲਿਆ ਜਾਂਦਾ, ਸਗੋਂ ਪੁਰਾਣੀਆਂ ਵਿਧੀਆਂ ਹੀ ਵਰਤੀਆਂ ਜਾਂਦੀਆਂ ਨੇ। ਭਾਸ਼ਾ ਸਿੱਖਿਆ ਦੀਆਂ ਨਵੀਆਂ ਅਤੇ ਤਕਨੀਕ ਵਾਲੀਆਂ ਵਿਧੀਆਂ ਅਪਣਾਉਣ ਦੀ ਲੋੜ ਹੈ। ਵਿਗਿਆਨਿਕ ਵਿਧੀਆਂ ਦੀ ਵਰਤੋਂ ਨਾਲ ਹੀ ਪੰਜਾਬੀ ਭਾਸ਼ਾ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ। ਯਾਨੀ ਅਜੋਕੇ ਦੌਰ ਦੇ ਅੰਦਰ ਵਿਗਿਆਨ ਦੇ ਆਧਾਰਿਤ ਹੀ ਜਿਹੜੀਆਂ ਵਿਧੀਆਂ ਨੇ ਉਹ ਅਪਣਾਈਆਂ ਜਾਣੀਆਂ ਚਾਹੀਦੀਆਂ ਨੇ, ਜਦੋਂ ਕਿ ਪੰਜਾਬੀ ਦੇ ਲਈ ਉਹ ਵਿਧੀਆਂ ਨਹੀਂ ਅਸੀਂ ਅਪਣਾ ਰਹੇ। ਪਰੰਪਰਾਗਤ ਜਿਹੜੀਆਂ ਪੁਰਾਣੀਆਂ ਜਿਹੜੀਆਂ ਸਾਨੂੰ ਪਿਛਲੀ ਪੀੜ੍ਹੀ ਤੋਂ ਜਿਹੜੀਆਂ ਤਰੀਕੇ ਢੰਗ ਮਿਲੇ ਨੇ ਪੜ੍ਹਾਉਣ ਦੇ, ਉਹਨਾਂ ਦੇ ਰਾਹੀਂ ਅਸੀਂ ਪੜ੍ਹਾ ਰਹੇ ਹਾਂ, ਜੋ ਕਿ ਠੀਕ ਨਹੀਂ ਹੈ। ਤਾਂ ਇਸ ਟੋਟਲ ਮੈਂ ਆਪ ਨੂੰ 19 ਪੁਆਇੰਟਾਂ 'ਤੇ ਆਧਾਰਿਤ ਬਹੁਤ ਸਾਰੀਆਂ ਹੋਰ ਵੀ ਕਮੀਆਂ ਗਿਣਵਾਈਆਂ ਇਹਨਾਂ ਪੁਆਇੰਟਾਂ ਨਾਲ ਜੋੜ ਕੇ। ਤਾਂ ਇੱਦਾਂ ਦੀ ਕੋਈ ਹੋਰ ਵੀ ਕਮੀ ਅਗਰ ਤੁਹਾਨੂੰ ਨਜ਼ਰ ਆਏ ਤਾਂ ਉਹ ਵੀ ਇਸ ਦੇ ਅੰਦਰ ਐਡ ਕਰ ਲੈਣਾ, ਜਿਹੜੀ ਕਿ ਮਾਤ ਭਾਸ਼ਾ ਜਾਂ ਫਿਰ ਇਉਂ ਕਹੋ ਕਿ ਪੰਜਾਬੀ ਭਾਸ਼ਾ ਦੇ ਲਈ ਇੱਕ ਚੁਣੌਤੀ ਹੋ ਰਹੀ ਹੈ। ਅਗਲੀ ਕਲਾਸ ਦੇ ਅੰਦਰ ਆਪਾਂ ਇਸ ਦੇ ਸੁਧਾਰ ਸੰਬੰਧੀ ਵੀ ਗੱਲ ਕਰਾਂਗੇ, ਕਿਉਂਕਿ ਜੇਕਰ ਚੁਣੌਤੀ ਆਈ ਤਾਂ ਉਸ ਦਾ ਕੀ ਸੁਧਾਰ ਹੋਣਾ ਚਾਹੀਦਾ, ਇਸ ਤੋਂ ਰਿਲੇਟਡ ਵੀ ਪ੍ਰਸ਼ਨ ਪੁੱਛੇ ਜਾਣਗੇ। ਧੰਨਵਾਦ ਸਾਥੀਓ।